ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਤੰਦਰੁਸਤ ਤੇ ਠੀਕ ਠਾਕ ਹੋਵੋਗੇ। ਪਿਛਲੇ 2-3 ਦਿਨਾਂ ਤੋਂ ਮੈਂ ਬੜਾ ਕੁਝ ਸੁਣ ਰਿਹਾ ਸੀ। ਸਾਡੇ ਨਿਹੰਗ ਸਿੰਘ ਜਥੇਬੰਦੀਆਂ ਤੇ ਬੜੇ ਤਰ੍ਹਾਂ ਦੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਆ। ਸੋ ਗੱਲਾਂ ਮੇਰੇ ਤੱਕ ਵੀ ਪਹੁੰਚੀਆਂ। ਮੈਂ ਇਸ ਕਰਕੇ ਰੂਬਰੂ ਨਹੀਂ ਹੋ ਸਕਿਆ ਜਾਂ ਕੋਈ ਗੱਲਾਂ ਨਹੀਂ ਕਰ ਸਕਿਆ ਕਿਉਂਕਿ ਮੈਂ ਸ਼ੂਟ 'ਚ ਬਿਜ਼ੀ ਸੀ। ਪਰ ਕੋਈ ਨਹੀਂ, ਹੁਣ ਆਪਾਂ ਅੱਜ ਇਹ ਸਾਰੀ ਗੱਲ ਕਰਦੇ ਹਾਂ। ਕਰਨੀ ਵੀ ਬੜੀ ਜ਼ਰੂਰੀ ਆ। ਜੋ ਸਾਡੇ ਨਿਹੰਗ ਸਿੰਘ ਫੌਜਾਂ ਨੇ ਕੀਤਾ, ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤੇ ਜੋ ਪੰਥ ਨੇ ਨਿਆਂ ਕੀਤਾ ਉਹਦੇ ਨਾਲ ਤਾਂ ਅਸੀਂ ਪਹਿਲਾਂ ਤੋਂ ਹੀ ਸਹਿਮਤ ਹਾਂ। ਚਲੋ ਇਹ ਗੱਲ ਤਾਂ ਹੋ ਚੁੱਕੀ ਆ, ਪਰ ਉਦੋਂ ਅਗਲੀ ਗੱਲ ਬਾਬਾ ਅਮਨ ਨੂੰ ਤੇ ਬਾਬਾ ਰਾਜਾ ਰਾਜ ਸਿੰਘ ਨੂੰ ਜਾਂ ਹੋਰ ਜਿਹੜੇ ਸਾਡੇ ਬੁੱਢਾ ਦਲ, ਤਰਨਾ ਦਲ ਦੇ ਨਿਹੰਗ ਸਿੰਘ ਜਥੇਬੰਦੀਆਂ, ਹੋਰ ਜਿਹੜੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਪੰਥ ਦੇ ਜਿਹੜੀਆਂ ਲਾਡਲੀਆਂ ਫੌਜਾਂ ਗੁਰੂ ਦੀਆਂ, ਉਹਨਾਂ ਨੂੰ ਪਹਿਲਾ ਸੁਨੇਹਾ ਤਾਂ ਇਹ ਆ ਵੀ ਤੁਹਾਡੇ ਨਾਲ ਖੜੇ ਆ ਜੀ, ਹਮੇਸ਼ਾ ਹੀ ਨਾਲ ਖੜੇ ਆ। ਕਿਉਂਕਿ ਕਿਸਾਨੀ ਸੰਘਰਸ਼ 'ਚ ਤੁਹਾਡਾ ਬਹੁਤ ਵੱਡਾ ਯੋਗਦਾਨ ਆ। ਪਰ ਅਦਰਵਾਈਜ਼ ਵੀ ਜੋ ਪੰਥਕ ਰਿਪਰੈਜ਼ੈਂਟੇਸ਼ਨ ਆ ਜਾਂ ਪੰਥ ਨੂੰ ਤੁਸੀਂ ਜਿਵੇਂ ਸਾਂਭ ਕੇ ਰੱਖਿਆ, ਪੰਥ ਦੀਆਂ ਰਵਾਇਤਾਂ ਨੂੰ, ਉਸ ਪੁਰਾਤਨ ਜਿਹੜੀਆਂ ਗੱਲਾਂ ਨੂੰ, ਉਸ ਪਵਿੱਤਰਤਾ ਨੂੰ ਤੁਸੀਂ ਸਾਂਭ ਕੇ ਰੱਖਿਆ। ਸੋ ਇਹਦੇ ਲਈ ਅਸੀਂ ਤੁਹਾਡੇ ਹਮੇਸ਼ਾ ਰਿਣੀ ਰਹਾਂਗੇ, ਕਿਉਂਕਿ ਅਸੀਂ ਤਾਂ ਬੜੇ ਦੂਰ ਚਲੇ ਗਏ। ਅਸੀਂ ਉਸ ਪੰਥ ਤੋਂ, ਉਸ ਰਾਹ ਤੋਂ ਬੜੇ ਦੂਰ ਚਲੇ ਗਏ ਅਤੇ ਆਪਦੇ ਆਪ ਨੂੰ ਹੋ ਸਕਦਾ ਕਿਸੇ ਵੇਲੇ ਮੁੜ ਕੇ ਉੱਧਰ ਨੂੰ ਲੈ ਆਈਏ। ਪਰ ਅੱਜ ਤਾਂ ਬਹੁਤ ਦੂਰ ਆ, ਬਹੁਤ ਤਰ੍ਹਾਂ ਦੀਆਂ ਕਮੀਆਂ ਸਾਡੇ 'ਚ, ਪਰ ਤੁਸੀਂ ਉਹ ਸਾਰੀਆਂ ਜਿਹੜੀਆਂ ਰਹੁ ਰੀਤਾਂ ਨੂੰ ਸੰਭਾਲ ਕੇ ਬੈਠੇ ਹੋ। ਸੋ ਬੜੇ ਰਿਣੀ ਆ ਵੀ ਤੁਸੀਂ ਇੱਕ ਪੰਥਕ ਰਿਪਰੈਜ਼ੈਂਟੇਸ਼ਨ ਦਿੰਦੇ ਹੋ ਇਸ ਧਰਤੀ ਨੂੰ, ਜਿਹੜੀ ਗੁਰੂਆਂ ਦੇ ਨਾਂ 'ਤੇ ਵਸਦੀ ਆ। ਅਗਲੀ ਗੱਲ ਜਿਹੜੀ ਕਰਨੀ ਬਹੁਤ ਜ਼ਰੂਰੀ ਆ, ਬਾਬੇ ਅਮਨ ਦੀਆਂ ਫੋਟੋਆਂ ਆਈਆਂ, ਜਿਹੜੇ ਸਾਡੇ ਖੇਤੀਬਾੜੀ ਮੰਤਰੀ ਆ ਜਾਂ BJP ਦੇ ਖੇਤੀਬਾੜੀ ਮੰਤਰੀ ਆ, ਉਹਨਾਂ ਨਾਲ। ਸੋ ਉਹ ਫੋਟੋਆਂ ਦੇ ਆਧਾਰ 'ਤੇ ਉਹੀ ਪੈਮਾਨੇ ਫੇਰ ਲਾਈ ਜਾਂਦੇ ਹੋ ਵੀ ਵੇਖੋ ਇਹ ਤਾਂ ਬੈਠੇ ਆ BJP ਦੇ ਕਿਸੇ ਮੰਤਰੀ ਨਾਲ, ਇਹ ਤਾਂ ਹੋ ਸਕਦਾ ਕੋਈ ਪਲੈਨਡ ਕੰਮ ਹੋਵੇ। ਫੋਟੋਆਂ ਦੇ ਆਧਾਰ 'ਤੇ ਤੁਸੀਂ ਬੰਦੇ ਦਾ ਕੀਤਾ ਕਰਾਇਆ ਸਭ ਕੁਝ ਭੁੱਲ ਜਾਣਾ, ਅਤੇ ਫਿਰ ਸਾਰੀ ਦੁਨੀਆ ਨੂੰ ਇੱਕ ਨੈਰੇਟਿਵ, ਇੱਕ ਬਿਰਤਾਂਤ ਚਲਾ ਕੇ ਉਹਨਾਂ ਨੂੰ ਕਨਫਿਊਜ਼ ਕਰਕੇ, ਉਹਨਾਂ ਦੀ ਮਾਨਸਿਕ ਸੋਚ ਨੂੰ ਖ਼ਤਮ ਕਰਕੇ ਅਤੇ ਇੱਕੋ ਪਾਸੇ ਲੈ ਜਾਣਾ ਵੀ ਹਾਂ ਇਹ ਤਾਂ ਕੋਈ ਗੱਲ, ਇਹਦੇ ਪਿੱਛੇ ਤਾਂ ਕੋਈ ਵੱਡਾ ਕਾਰਨ ਹੋਊਗਾ, ਜਾਂ ਤਾਂ ਏਜੰਸੀਆਂ ਹੋਣਗੀਆਂ ਜਿਹੜਾ ਆਮ ਤੌਰ 'ਤੇ ਇੱਕ ਨੈਰੇਟਿਵ ਚੱਲਦਾ, ਜਾਂ BJP ਹੋਊਗੀ। ਇਹਦੇ ਬਾਰੇ ਇੱਕ ਆਪਾਂ ਗੱਲ ਕਰਨੀ ਸੀ ਜਿਹੜੀ ਬਹੁਤ ਜ਼ਰੂਰੀ ਆ। ਉਹ ਇਹ ਆ ਵੀ ਜਦੋਂ ਚੱਲਦੇ ਕਿਸਾਨੀ ਸੰਘਰਸ਼ 'ਚ ਇਹ ਸਰਕਾਰਾਂ ਕੰਮ ਕਿਵੇਂ ਕਰਦੀਆਂ, ਇਹ ਫੰਕਸ਼ਨ ਕਿਵੇਂ ਕਰਦੀਆਂ। ਇਹ ਚੱਲਦੇ ਸੰਘਰਸ਼ਾਂ 'ਚ ਹਰ ਬੰਦੇ ਨਾਲ ਉੱਥੇ ਕੰਟੈਕਟ 'ਚ ਹੋਣਗੀਆਂ, ਹਰ ਬੰਦੇ ਨਾਲ ਗੱਲਬਾਤ ਵੀ ਹੁੰਦੀ ਹੋਊ। ਜਿਹੜਾ ਬੰਦਾ ਉੱਥੇ ਕੋਈ ਅਸਰ ਰਸੂਖ ਰੱਖਦਾ, ਜਿਹੜਾ ਬੰਦਾ ਲੋਕਾਂ 'ਚ ਪ੍ਰਭਾਵ ਪਾਉਂਦਾ ਜਾਂ ਲੋਕਾਂ 'ਚ ਇਨਫਲੂਐਂਸ ਆ ਉਹਦਾ, ਜਾਂ ਉਹ ਇੱਕ ਪਾਵਰ ਸੈਂਟਰ ਆ ਸੰਘਰਸ਼ ਦਾ, ਉਸ ਬੰਦੇ ਨਾਲ ਗੱਲਬਾਤ ਹੁੰਦੀ ਹੋਊ। ਉਸੇ ਗੱਲਬਾਤ ਦੇ ਸੰਦਰਭ 'ਚ ਜਦੋਂ ਸਾਰਿਆਂ ਨਾਲ ਗੱਲਬਾਤ ਹੁੰਦੀ ਆ ਤਾਂ ਸਰਕਾਰ ਦੇ ਕੁਝ ਨੁਮਾਇੰਦੇ ਆ ਕੇ ਉਹਨਾਂ ਬੰਦਿਆਂ ਨਾਲ ਬਹਿ ਜਾਂਦੇ ਆ, ਉਹਨਾਂ ਬੰਦਿਆਂ ਨਾਲ ਗੱਲਬਾਤ ਕਰਦੇ ਆ, ਉਹਨਾਂ ਗੱਲਾਂ ਬਾਤਾਂ ਰਾਹੀਂ ਜਾਂ ਕੋਲ ਲਾਲਚ ਦੇ ਕੇ ਉਹਨਾਂ ਨੂੰ ਆਪਦੇ ਵੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਇਹ ਇੱਕ ਰਵਾਇਤ ਆ ਜਿਹੜੀ ਇਕੱਲੇ ਕਿਸਾਨੀ ਸੰਘਰਸ਼ 'ਚ ਨਹੀਂ ਚੱਲਦੀ, ਹਰ ਤਰ੍ਹਾਂ ਦੇ ਸੰਘਰਸ਼ 'ਚ, ਹਰ ਸਮੇਂ ਦੇ ਸੰਘਰਸ਼ 'ਚ ਇਹੀ ਰਵਾਇਤ ਜਿਹੜੀਆਂ ਸਰਕਾਰਾਂ ਜਾਂ ਸਟੇਟ ਆ ਇਹ ਚਲਾਉਂਦੀ ਹੈ। ਇੰਡੀਵਿਜੂਅਲਸ ਨੂੰ ਟਾਰਗੇਟ ਕਰਨਾ ਕਹਿੰਦੇ ਆ ਇਹਨਾਂ ਨੂੰ। ਸੋ ਜਦੋਂ ਉਹ ਇੰਡੀਵਿਜੂਅਲਸ ਨੂੰ ਟਾਰਗੇਟ ਕਰਦੇ ਆ ਅਤੇ ਫਿਰ ਸਮੇਂ 'ਤੇ ਸੱਟ ਮਾਰਨੀ ਵੀ ਹੁਣ ਲੋਹਾ ਗਰਮਾ, ਹੁਣ ਸੱਟ ਮਾਰ ਦਿਓ। ਉਹ ਜਿਹੜੀਆਂ ਫੋਟੋਆਂ ਉਹਨਾਂ ਨੇ ਆਪ ਖਿੱਚੀਆਂ ਹੋਣਗੀਆਂ, ਉਹ ਇਹੋ ਜਿਹੇ ਸਮੇਂ 'ਤੇ ਉਹਨਾਂ ਨੇ ਤੁਹਾਡੇ ਸਨਮੁਖ ਜਾਂ ਤੁਹਾਡੇ ਸਾਹਮਣੇ ਲਿਆ ਕੇ ਲੀਕ ਕਰ ਦੇਣੀਆਂ ਅਤੇ ਤੁਹਾਨੂੰ ਜਮਾਂ ਆਪਦੇ ਬੰਦਿਆਂ ਤੋਂ ਦੂਰ ਲਿਜਾ ਕੇ ਉਹਨਾਂ ਨੂੰ ਬਦਨਾਮ ਕਰਨਾ। ਇਹਨੂੰ ਕਹਿੰਦੇ ਆ ਕ੍ਰੈਡੀਬਿਲਿਟੀ, ਜਿਹੜੀ ਲੂਜ਼ ਕਰਾਉਂਦੇ ਆ ਆਪਦੇ ਬੰਦਿਆਂ ਦੀ। ਕਿਉਂਕਿ ਸਾਡੇ ਕੋਲ ਹੈ ਕੀ, ਜਦੋਂ ਸੰਘਰਸ਼ੀ ਬੰਦੇ ਆ ਜਿਹੜੇ ਉਸ ਸੰਘਰਸ਼ ਦੇ ਕੋਈ ਮੋਢੀ ਆ ਜਾਂ ਉੱਥੇ ਪਾਵਰ ਸੈਂਟਰ ਆ ਜਾਂ ਉੱਥੇ ਪ੍ਰਭਾਵ ਪਾਉਣ ਵਾਲੇ ਬੰਦੇ ਆ, ਜਿਨ੍ਹਾਂ ਨਾਲ ਲੋਕ ਰਿਲੇਟ ਕਰਦੇ ਆ, ਜਿਨ੍ਹਾਂ ਦੇ ਚਿਹਰਿਆਂ ਨਾਲ ਰਿਲੇਟ ਕਰਦੇ ਆ, ਉਹਨਾਂ ਬੰਦਿਆਂ ਦੀ ਸਭ ਤੋਂ ਵੱਡੀ ਦੌਲਤ ਜਿਹੜੀ ਹੁੰਦੀ ਆ, ਉਹ ਹੁੰਦੀ ਆ ਕ੍ਰੈਡੀਬਿਲਿਟੀ। ਲੋਕਾਂ 'ਚ ਉਹਨਾਂ ਦਾ ਅਸਰ ਰਸੂਖ, ਤਾਂ ਹੀ ਤਾਂ ਲੋਕ ਉਹਨਾਂ ਦੀ ਗੱਲ ਮੰਨਣਗੇ, ਪਿੱਛੇ ਲੱਗਣਗੇ, ਕਿਉਂਕਿ ਲੋਕਾਂ ਨੂੰ ਪਤਾ ਉਹ ਸੱਚੇ ਸੁੱਚੇ ਆ।
ਹੁਣ ਸੱਚੇ ਸੁੱਚੇ ਵਾਲੀ ਗੱਲ ਜਿਹੜੀ ਆ ਉਸ ਕ੍ਰੈਡੀਬਿਲਿਟੀ ਨੂੰ ਸਰਕਾਰਾਂ ਨੇ ਤੇ ਏਜੰਸੀਆਂ ਨੇ ਜਾਂ ਜਿਹੜੇ ਉਹ ਬੰਦੇ ਚਾਹੁੰਦੇ ਆ ਵੀ ਇਹ ਸੰਘਰਸ਼ ਖਰਾਬ ਹੋਵੇ ਉਹਨਾਂ ਨੇ ਖਰਾਬ ਕਰਨਾ ਹੁੰਦਾ। ਸੋ ਉਹ ਕੀ ਕਰਦੇ ਆ, ਉਹ ਕ੍ਰੈਡੀਬਿਲਿਟੀ ਲੂਜ਼ ਕਰਨ ਵਾਸਤੇ ਕੋਈ ਮੌਕਾ ਨਹੀਂ ਛੱਡਦੇ। ਸੋ ਸਮੇਂ ਤੇ ਤੁਸੀਂ ਵੇਖੋ ਜਦੋਂ ਸਾਡੇ ਪੰਥ ਨੇ ਬੇਅਦਬੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਦਾ ਨਿਆਂ ਲਿਆ, ਤੇ ਫਿਰ ਕਿਵੇਂ ਚਾਲਾਂ ਚੱਲਦੇ ਆ। ਸਾਡੇ ਆਗੂ ਤਾਂ ਨਾਲ ਨਹੀਂ ਖੜੇ, ਹਾਲਾਂਕਿ ਉਹਨਾਂ ਨੂੰ ਖੜਨਾ ਚਾਹੀਦਾ ਤੇ ਅੱਜ ਵੀ ਪੰਥ ਦੇ ਨਾਲ ਖੜਨਾ ਚਾਹੀਦਾ। ਇੱਕ ਗੱਲ ਆਪਾਂ ਸਪਸ਼ਟ ਕਰ ਦਈਏ ਵੀ ਜੇ ਪੰਥ ਖੜਾ ਤਾਂ ਸੰਘਰਸ਼ ਆ, ਜੇ ਪੰਥ ਉੱਥੇ ਨਹੀਂ ਆ ਤਾਂ ਸੰਘਰਸ਼ ਦੀ ਜਿਹੜਾ ਰੌਂ ਆ, ਸੰਘਰਸ਼ ਦਾ ਇੱਕ ਜਿਹੜਾ ਵੇਗ ਆ ਜਾਂ ਸੰਘਰਸ਼ ਦਾ ਇੱਕ ਜਿਹੜਾ ਅੱਜ ਦਾ ਜੋ ਵੀ ਪ੍ਰਭਾਵ ਪੈਂਦਾ ਜਾਂ ਦਬਾਅ ਪੈਂਦਾ ਸਰਕਾਰ ਤੇ, ਉਹ ਖਤਮ ਹੋ ਜਾਣਾ। ਸੋ ਇਸ ਕਰਕੇ ਜਿੱਥੇ ਆਪਾਂ ਗੱਲ ਕਰ ਰਹੇ ਸੀ ਉੱਥੇ ਵਾਪਸ ਆਉਣੇ ਆ। ਪਹਿਲਾਂ ਕ੍ਰੈਡੀਬਿਲਿਟੀ ਲੂਜ਼ ਕਰਨ ਵਾਸਤੇ ਇਹ ਫੋਟੋਆਂ ਲੀਕ ਕੀਤੀਆਂ ਗਈਆਂ। ਬਾਬਾ ਅਮਨ ਦੀ, ਨਿਹੰਗ ਸਿੰਘ ਜਿਹੜੀਆਂ ਫੌਜਾਂ ਦੀ ਕ੍ਰੈਡੀਬਿਲਿਟੀ ਲੂਜ਼ ਕਰਾਉਣ ਵਾਸਤੇ ਫੋਟੋਆਂ ਲੀਕ ਕਰਦੇ ਆ। ਇਹਨਾਂ ਚੱਕਰਾਂ 'ਚ ਨਾ ਪਾਓ। ਫੋਟੋਆਂ ਦੇ ਆਧਾਰ ਤੇ ਪੈਮਾਨੇ ਨਾ ਲਾਓ, ਫੋਟੋਆਂ ਦੇ ਆਧਾਰ ਤੇ ਬੰਦੇ ਨਾ ਪਰਖੋ। ਸਾਡੀਆਂ ਫੋਟੋਆਂ ਜੇ ਇਹਨਾਂ ਦੀਆਂ ਫੋਟੋਆਂ, ਤੁਸੀਂ ਇਹ ਦੇਖੋ, ਜੇ ਇਸ ਦੇਸ਼ ਦੇ ਪ੍ਰਾਈਮ ਮਿਨਿਸਟਰ ਆ ਜਿਹੜੇ ਮੋਦੀ, ਉਹ ਅਮਰੀਕਾ ਵਾਲਿਆਂ ਲੀਡਰਾਂ ਨਾਲ ਵੀ ਬੈਠੇ ਹੁੰਦੇ ਆ, ਉਹ ਅਰਬ ਕੰਟਰੀ ਦੇ ਜਿਹੜੇ ਇਸਲਾਮਿਕ ਲੀਡਰਸ ਆ ਉਹਨਾਂ ਨਾਲ ਵੀ ਬੈਠੇ ਹੁੰਦੇ ਆ, ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਵੀ ਬੈਠੇ ਹੁੰਦੇ ਆ, ਉਹਨਾਂ ਨੂੰ ਤਾਂ ਫਰਕ ਨਹੀਂ ਪੈਂਦਾ, ਕਿਉਂਕਿ ਇਹੀ ਤਾਂ ਇੱਕ ਡਿਪਲੋਮੈਸੀ ਆ, ਇਹੀ ਤਾਂ ਇੱਕ ਰਾਜਨੀਤੀ ਆ। ਤੇ ਸਾਡੇ ਬੰਦੇ ਵੀ ਅਮਰੀਕਾ ਵਾਲਿਆਂ ਨਾਲ ਵੀ ਬੈਠਣਗੇ, ਸਾਡੇ ਬੰਦੇ ਹੋਰ ਜਿਹੜੇ ਕੋਈ ਨੁਮਾਇੰਦੇ ਆ ਦੇਸ਼ਾਂ ਦੇ ਉਹਨਾਂ ਨਾਲ ਵੀ ਬੈਠਣਗੇ। ਅਸੀਂ ਇਹ ਕਹਿ ਲਓ ਵੀ ਇਸਲਾਮਿਕ ਕੰਟਰੀਜ਼ ਦੇ ਲੀਡਰਸ ਨਾਲ ਵੀ ਬੈਠਾਂਗੇ, ਹੈ ਨਾ। ਜੇ ਅਸੀਂ ਡਿਪਲੋਮੈਟਿਕ ਟਾਕਸ ਹੀ ਕਰਨੇ ਆ ਨਾ, ਅਸੀਂ ਕਿਹੜਾ ਕੁਛ ਸਾਜ਼ਿਸ਼ਾਂ ਘੜ ਰਹੇ ਆ। ਅੱਜ ਜੇ ਅਫਗਾਨਿਸਤਾਨ 'ਚ ਤਾਲਿਬਾਨ ਰਾਜ ਕਰਦਾ, ਮੇਰਾ ਇੱਕ ਸਵਾਲ ਆ ਵੀ ਜਿਹੜੇ ਕਹਿੰਦੇ ਆ ਇੰਡੀਅਨ ਗਵਰਨਮੈਂਟ ਦੇ ਨੁਮਾਇੰਦੇ ਉੱਥੋਂ ਦੀ ਰਾਜ ਕਰ ਰਹੀ ਧਿਰ ਨਾਲ ਨਹੀਂ ਬੈਠਣਗੇ, ਤੇ ਜੇ ਬੈਠਣਗੇ ਉਹ ਅੱਤਵਾਦੀ ਹੋ ਜਾਣਗੇ। ਸੋ ਗੱਲ ਜੇ ਆਪਾਂ ਫੋਟੋਆਂ ਦੇ ਆਧਾਰ ਤੇ ਹੀ ਸਮਝਣ ਲੱਗ ਗਏ ਨਾ, ਤੇ ਪੈਮਾਨੇ ਇਹ ਲੱਗ ਗਏ ਵੀ ਫਲਾਣੇ ਦੀ ਫਲਾਣੇ ਨਾਲ ਫੋਟੋ ਆ, ਫਿਰ ਮੈਂ ਇੱਕ ਗੱਲ ਕਿਸਾਨ ਆਗੂਆਂ ਨੂੰ ਵੀ ਕਹਿਣਾ ਚਾਹਣਾ ਵੀ ਤੁਹਾਡੀਆਂ ਵੀ ਫੋਟੋਆਂ ਇਹਨਾਂ ਨੇ ਸਾਂਭ ਰੱਖੀਆਂ ਹੋਣੀਆਂ, ਤੇ ਸਮੇਂ ਆਉਣ ਤੇ ਇੱਕ ਇੱਕ ਆਗੂ ਦੀ ਫੋਟੋ ਇਹਨਾਂ ਨੇ ਆਈ ਲੀਕ ਕਰਨੀ ਆ, ਇਹ ਗੱਲ ਇਹਨਾਂ ਤੇ ਵੀ ਆਉਣੀ ਆ। ਸੋ ਫੋਟੋਆਂ ਦੇ ਆਧਾਰ ਤੇ ਪੈਮਾਨੇ ਨਾ ਲਾਓ। ਇਹ ਫੋਟੋਆਂ ਇਹ ਨਹੀਂ ਦਰਸਾਉਂਦੀਆਂ ਵੀ ਬੰਦੇ ਉਹ ਏਜੰਸੀਆਂ ਦੇ ਆ ਜਾਂ ਬੀਜੇਪੀ ਦੇ ਆ, ਨਹੀਂ, ਉਹ ਸਾਡੇ ਬੰਦੇ ਆ। ਬਾਬਾ ਅਮਨ ਵੀ ਸਾਡਾ, ਬਾਬਾ ਰਾਜਾ ਰਾਜ ਸਿੰਘ ਵੀ ਸਾਡੇ ਆ, ਨਿਹੰਗ ਸਿੰਘ ਜਥੇਬੰਦੀਆਂ ਵੀ ਸਾਡੀਆਂ, ਕਿਉਂਕਿ ਇਹ ਪੰਥ ਸਾਡਾ। ਸੋ ਇਸ ਕਰਕੇ ਜੇ ਪੰਥ ਤੇ ਹੀ ਤਾਂ ਸਾਨੂੰ ਮਾਣ ਆ, ਇੱਥੋਂ ਹੀ ਤਾਂ ਅਸੀਂ ਸਿੱਖਦੇ ਹਾਂ, ਇਹੀ ਤਾਂ ਚਿੰਗ ਜਾਂ ਮਾੜੀ ਮੋਟੀ ਜਿਹੜੀ ਇਨਸਪੀਰੇਸ਼ਨ ਮਿਲਦੀ ਆ ਸਾਨੂੰ ਇੱਥੋਂ ਹੀ ਤਾਂ ਮਿਲਦੀ ਆ, ਅਦਰਵਾਈਜ਼ ਗੁਰੂ ਤੋਂ ਤਾਂ ਅਸੀਂ ਬਹੁਤ ਦੂਰ ਚਲੇ ਗਏ ਹਾਂ। ਸੋ ਇਹ ਗੱਲ ਮੈਂ ਸਪਸ਼ਟ ਕਰਨੀ ਸੀ ਵੀ ਜੋ ਕ੍ਰੈਡੀਬਿਲਿਟੀ ਲੂਜ਼ ਕੀਤੀ ਜਾਂਦੀ ਆ ਜਾਂ ਕਰਵਾਈ ਜਾਂਦੀ ਆ, ਇਹ ਇੱਕ ਸਾਜ਼ਿਸ਼ ਆ। ਇਹ ਸਾਜ਼ਿਸ਼ ਅਧੀਨ ਆਪਾਂ ਨਾ ਆਈਏ। ਬਾਕੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਮੇਰੀ ਬੇਨਤੀ ਆ, ਪੰਥ ਨੂੰ ਬੇਨਤੀ ਆ ਵੀ ਕਿਸਾਨੀ ਸੰਘਰਸ਼ ਤੁਹਾਡੇ ਕਰਕੇ ਖੜਾ, ਤੁਸੀਂ ਉੱਥੋਂ ਵਾਪਸ ਨਾ ਆਇਓ। ਕਿਉਂਕਿ ਜੇ ਤੁਸੀਂ ਵਾਪਸ ਆ ਗਏ ਫਿਰ ਪੰਥਕ ਰਿਪਰੈਜ਼ੈਂਟੇਸ਼ਨ ਤੁਹਾਡੇ ਤੋਂ ਬਿਨਾਂ ਤਾਂ ਸਾਡੇ ਪੱਲੇ ਹੋਰ ਕੁਝ ਹੈ ਹੀ ਨਹੀਂ ਸੀ। ਅਗਲੀ ਗੱਲ, ਜੇ ਤੁਸੀਂ ਵਾਪਸ ਆ ਗਏ ਤਾਂ ਮੈਨੂੰ ਐਂ ਲੱਗਦਾ ਕਿਸਾਨ ਜਿਹੜੇ ਬਜ਼ੁਰਗ ਉੱਥੇ ਸਾਡੇ ਜਿਹੜੇ ਹੋਰ ਜਿਹੜੇ ਬਿਰਧ ਬੰਦੇ ਬੈਠੇ ਆ, ਉਹ ਆਪਦੇ ਆਪ ਨੂੰ ਅਨਾਥ ਮਹਿਸੂਸ ਕਰਨਗੇ। ਸੋ ਤੁਸੀਂ ਉੱਥੇ ਤੁਹਾਡਾ ਰਹਿਣਾ ਉਸ ਸੰਘਰਸ਼ ਦਾ, ਚੜ੍ਹਦੀ ਕਲਾ ਦਾ ਪ੍ਰਤੀਕ ਆ। ਜਦੋਂ ਤੁਸੀਂ ਲਾਡਲੀਆਂ ਫੌਜਾਂ ਉੱਥੇ ਆ ਗਈਆਂ ਸੀ, ਸਾਨੂੰ ਐਂ ਲੱਗਦਾ ਸੀ ਵੀ ਸਾਡੀ ਫੌਜ ਵੀ ਸਾਡੇ ਨਾਲ ਬੈਠੀ ਆ ਤੇ ਕਿਸਾਨੀ ਸੰਘਰਸ਼ ਬੜੀ ਚੜ੍ਹਦੀ ਕਲਾ 'ਚ ਲੜਿਆ ਗਿਆ। ਸੋ ਤੁਹਾਨੂੰ ਉੱਥੋਂ ਵਾਪਸ ਨਹੀਂ ਆਉਣਾ ਚਾਹੀਦਾ। ਸਾਨੂੰ ਤੁਹਾਡੇ ਤੇ ਮਾਣ ਆ, ਅਸੀਂ ਤੁਹਾਡੇ ਨਾਲ ਆ, ਹਮੇਸ਼ਾ ਹੀ ਨਾਲ ਰਹਾਂਗੇ। ਅਸੀਂ ਤਾਂ ਜਿੱਥੇ ਤੁਸੀਂ ਹੁਕਮ ਲਾਓਗੇ, ਤੁਹਾਡੀ ਆਵਾਜ਼ ਆਊਗੀ, ਅਸੀਂ ਨਾਲ ਖੜੇ ਹਾਂ ਜੀ। ਇੰਨੀਆਂ ਕੁ ਗੱਲਾਂ ਆਪਾਂ ਅੱਜ ਕਰਨੀਆਂ ਸੀ। ਬਾਕੀ ਜਿਹੜੀਆਂ ਸਾਡੀਆਂ ਪੰਥਕ ਜਥੇਬੰਦੀਆਂ, ਅਕਾਲ ਤਖਤ ਸਾਹਿਬ ਜਾਂ ਸਾਡੇ ਜਿਹੜੇ ਸਤਿਕਾਰਯੋਗ ਜਥੇਦਾਰ ਅਕਾਲ ਤਖਤ ਆ, ਜਾਂ ਸਾਡੇ ਹੋਰ ਜਿਹੜੇ ਪੰਥਕ ਆਗੂ ਆ, ਉਹਨਾਂ ਨੂੰ ਮੇਰੀ ਬੇਨਤੀ ਆ ਵੀ ਅੱਜ
ਨਿਹੰਗ ਸਿੰਘ ਜਥੇਬੰਦੀਆਂ ਨੂੰ, ਸਾਡੇ ਖਾਲਸਾ ਪੰਥ ਨੂੰ, ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਸਾਡੇ ਐਟਲੀਸਟ ਸਾਥ ਦੀ ਜ਼ਰੂਰਤ ਆ। ਉਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ, ਕਿਉਂਕਿ ਬਾਬਾ ਅਮਨ ਮੈਨੂੰ ਉਹਨਾਂ ਨੇ ਇੱਕ ਗੱਲ ਕਹੀ ਵੀ ਦੀਪ ਸਿਆਂ ਇਹਨਾਂ ਨੂੰ ਕਹਿ ਦਿਓ 40 ਮੁਕਤਿਆਂ ਤੋਂ ਡਰਨ, ਫਿਰ 5 ਪਿਆਰਿਆਂ ਤੋਂ ਡਰਨ, ਫਿਰ 4 ਸਾਹਿਬਜ਼ਾਦਿਆਂ ਤੋਂ ਡਰਨ, ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਡਰਨ। ਇਹਨਾਂ ਨੂੰ ਕਹਿ ਦਿਓ ਡਰਨ ਇਹ ਝੂਠੇ ਬੰਦੇ, ਇਹ ਜਿੰਨੀਆਂ ਮਰਜ਼ੀ ਫੋਟੋਆਂ ਦਿਖਾਈ ਜਾਣ, ਜੋ ਮਰਜ਼ੀ ਸਾਜ਼ਿਸ਼ਾਂ ਘੜੀ ਜਾਣ, ਆਪਾਂ ਚੜ੍ਹਦੀ ਕਲਾ 'ਚ ਆਂ ਤੇ ਡਟ ਕੇ ਖੜੇ ਆ ਤੇ ਡਟ ਕੇ ਖੜੇ ਰਹਾਂਗੇ। ਹੁਣ ਆ ਜਜ਼ਬਾ ਇਹ ਕਿੱਥੋਂ ਲਿਆਓਗੇ ਤੁਸੀਂ? ਹੋਰ ਕਿਸੇ ਤੋਂ ਨਹੀਂ ਲੜਿਆ ਜਾਣਾ ਇਸ ਜਜ਼ਬੇ ਨਾਲ। ਇਸ ਕਰਕੇ ਕਿਸਾਨ ਆਗੂਆਂ ਨੂੰ ਮੇਰੀ ਬੇਨਤੀ ਆ, ਇਹ ਖਾਲਸਾ ਪੰਥ ਦੇ ਜਿਹੜੇ ਲਾਡਲੀਆਂ ਫੌਜਾਂ ਗੁਰੂ ਦੀਆਂ ਉੱਥੇ ਬੈਠੀਆਂ ਨਾ, ਉਹਨਾਂ ਨੂੰ ਤਾਂ ਸਾਨੂੰ ਐਂ ਹੱਥਾਂ ਤੇ ਰੱਖਣਾ ਚਾਹੀਦਾ, ਉਹਨਾਂ ਦੀ ਹਰ ਗੱਲ ਸਮਝ ਕੇ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ। ਸੋ ਬਾਕੀ ਪੰਥਕ ਜਥੇਬੰਦੀਆਂ ਨੂੰ ਮੇਰੀ ਬੇਨਤੀ ਆ, ਆਪਦੀ ਆਵਾਜ਼ ਚੱਕੋ ਤਾਂ ਕਿ ਇਹ ਸਾਜ਼ਿਸ਼ਾਂ ਜਿਹੜੀਆਂ ਏਜੰਸੀਆਂ ਤੇ ਸਰਕਾਰ ਕਰਦੀਆਂ, ਇਹਨਾਂ ਨੂੰ ਆਪਾਂ ਬੇਨਕਾਬ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ। ਜਿਉਂਦੇ ਵਸਦੇ ਰਹੋ ਜੀ। ਸਤਿ ਸ਼੍ਰੀ ਅਕਾਲ।